ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਆਪਣਾ ਮਨ ਜੋੜੀਏ। ਜਿਵੇਂ ਧਾਗੇ ਦੇ ਨਾਲ ਕੱਪੜੇ ਸੀਤੇ ਜਾਂਦੇ ਹਨ, ਕਫ ਲੱਗ ਜਾਂਦੇ ਹਨ, ਬਾਹਾਂ ਲੱਗ ਜਾਂਦੀਆਂ ਹਨ, ਕਿੱਡਾ ਸੋਹਣਾ ਵਸਤਰ ਤਿਆਰ ਹੋ ਜਾਂਦਾ ਹੈ, ਉਹਨੂੰ ਧਾਗਾ ਸੀ ਦਿੰਦਾ ਹੈ, ਭਾਵੇਂ ਹੱਥ ਵਾਲੀ ਸੂਈ ਹੋਵੇ, ਭਾਵੇਂ ਮਸ਼ੀਨ ਹੋਵੇ। ਇਹ ਜਿਹੜਾ ਧਿਆਨ ਹੈ, ਇਹ ਧਾਗੇ ਵਰਗਾ ਹੈ। ਪੰਚ ਪਰਵਾਨ ਪੰਚ ਪ੍ਰਧਾਨ, ਪੰਚਾਂ ਕਾ ਗੁਰ ਏਕ ਧਿਆਨ। ਗੁਰੂ ਘਰ ਬੈਠੇ ਹੋਈਏ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਅਸੀਂ ਸ਼ਬਦ ਦੇ ਚੇਲੇ ਹਾਂ। ਸ਼ਬਦ ਸਾਡਾ ਗੁਰੂ ਹੈ, ਗੁਰਬਾਣੀ ਸਾਡੀ ਗੁਰੂ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ, ਸਾਡੀ ਸੁਰਤ ਡਿਸਾਈਪਲ ਹੈ, ਚੇਲਾ ਹੈ। ਵੈਸੇ ਵੀ ਸਾਡਾ ਘਰ ਚੇਲਿਆਂ ਦਾ ਘਰ ਹੈ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਮਨ ਨੂੰ ਜੋੜੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਨਾਲ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਰੂਪ ਹਨ। ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਦੁਨੀਆ ਦੇ ਭਲੇ ਵਾਸਤੇ ਆਏ ਹਨ ਸੰਸਾਰ ਦੇ ਵਿੱਚ। ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰੂ ਸੰਸਾਰ ਦੇ ਵਾਸਤੇ, ਤਿਲਕ ਜੰਜੂ ਦੀ ਰਾਖੀ ਵਾਸਤੇ ਪਿਤਾ ਕੁਰਬਾਨ ਕਰ ਦਿੱਤੇ। ਚਾਂਦਨੀ ਚੌਂਕ ਦਿੱਲੀ ਦੇ ਵਿੱਚ ਆਪਣੇ ਪਿਤਾ ਜੀ ਦੀ ਸ਼ਹਾਦਤ ਦੇ ਦਿੱਤੀ। ਸਾਕਾ ਵਰਤਾ ਦਿੱਤਾ, ਪਰ ਤਿਲਕ ਜੰਜੂ ਦੀ ਰਾਖੀ, ਜਿਨ੍ਹਾਂ ਦੀ ਬਾਂਹ ਫੜੀ ਸੀ, ਉਹ ਬਚਨ ਪੂਰਾ ਕਰ ਦਿੱਤਾ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮਹਿ ਸਾਕਾ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੇ ਦਿੱਤਾ। ਸੀਸ ਦੀਆ ਪਰ ਸਿਰਰ ਨਾ ਦੀਆ। ਬਾਜਾਂ ਵਾਲੇ ਸਤਿਗੁਰਾਂ ਨੇ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ। ਤਾਈਓਂ ਤੇ ਸਾਰੀਆਂ ਸੰਗਤਾਂ ਆਖਦੀਆਂ ਹਨ, ਸਰਬੰਸ ਦਾਨੀ ਦਾਤਾਰ ਪਾਤਸ਼ਾਹ ਜੀ। ਕਿਸੇ ਨੇ ਕੁਝ ਦਾਨ ਕੀਤਾ, ਦੁਨੀਆ ਦੇ ਵਿੱਚ ਰਹਿੰਦਿਆਂ ਕਿਸੇ ਨੇ ਕੁਛ ਦਾਨ ਕੀਤਾ। ਕਿਸੇ ਨੇ ਧਨ ਦਾਨ ਕੀਤਾ, ਕਿਸੇ ਨੇ ਸੋਨਾ ਦਾਨ ਕੀਤਾ, ਕਿਸੇ ਨੇ ਕੁਝ ਦਾਨ ਕੀਤਾ, ਜ਼ਮੀਨਾਂ ਦਾਨ ਕੀਤੀਆਂ, ਬੜਾ ਬੜਾ ਦਾਨ ਕੀਤਾ। ਮੇਰੇ ਬਾਜਾਂ ਵਾਲੇ, ਕਲਗੀਆਂ ਵਾਲੇ ਸਤਿਗੁਰਾਂ ਨੇ ਆਪਣਾ ਸਰਬੰਸ ਹੀ ਦਾਨ ਕਰ ਦਿੱਤਾ, ਅਕਾਲ ਪੁਰਖ ਜੀ ਦੇ ਚਰਨਾਂ ਨਾਲ ਜੋੜਨ ਵਾਸਤੇ। ਦੁਨੀਆ ਨੂੰ ਧਰਮ ਦੇ
ਪੰਥ ਰਾਹ ਤੇ ਤੋਰਨ ਵਾਸਤੇ ਜੋ ਦੁਨੀਆ ਤੇ ਭੁੱਲੇ ਹੋਏ ਸਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਗੁਰਬਾਣੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜੋ ਸਾਡਾ ਹੁਣ ਤਖਤ ਹੈ ਅਰਦਾਸ ਵਿੱਚ ਪੰਜਾਂ ਤਖਤਾਂ ਦਾ ਨਾਮ ਰੋਜ਼ ਲੈਂਦੇ ਹਾਂ। ਉੱਥੇ ਸਤਿਗੁਰਾਂ ਨੇ ਸਾਡੇ ਭਲੇ ਵਾਸਤੇ ਗੁਰਬਾਣੀ ਕੰਠ ਤੋਂ ਜ਼ਬਾਨੀ ਸਾਰੀ ਉਚਾਰਨ ਕੀਤੀ। ਨਾਲੇ ਸਤਿਗੁਰਾਂ ਦੀ ਨੌਵੇਂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਨੂੰ ਵਿੱਚ ਦਰਜ ਕੀਤਾ। ਵੈਰਾਗ ਦੇ ਸ਼ਲੋਕ, ਗਿਆਨ ਦੇ ਸ਼ਲੋਕ, ਇਸ ਮਨ ਨੂੰ ਸਮਝਾਉਣ ਦੇ ਸ਼ਲੋਕ, ਜਿਨ੍ਹਾਂ ਸ਼ਲੋਕਾਂ ਨੂੰ ਆਖੀਦਾ ਹੈ ਨੌਵੇਂ ਮਹਿਲ ਸਤਿਗੁਰਾਂ ਦੇ ਸ਼ਲੋਕ। ਸ਼ਲੋਕ ਮਹੱਲਾ ਨੌਵਾਂ ਜਦੋਂ ਪੜ੍ਹਦੇ ਹਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨੌਵਾਂ ਜਦੋਂ ਭੋਗ ਪੈਂਦੇ ਹਨ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ। ਬੰਦੇ ਨੇ ਜਨਮ ਲੈ ਲਿਆ, ਬਚਪਨ ਪਹਿਲਾਂ 9-10 ਮਹੀਨੇ ਦਾ ਸਮਾਂ ਮਾਂ ਦੀ ਕੁੱਖ ਵਿੱਚ ਗੁਜ਼ਾਰਿਆ। ਸਿਰ ਤਲੇ ਪੈਰ ਉੱਪਰੇ ਵਸੰਦੋ ਕੋ ਹੱਥੜੇ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੈ ਜਿਸਤੇ ਨਾਏ। ਸਿਰ ਥੱਲੇ ਪੈਰ ਉੱਪਰ ਜਨਮ ਦੇਣ ਵਾਲੀ ਮਾਂ ਨੇ ਵੀ ਕਿੰਨਾ ਕਸ਼ਟ ਕੱਟਿਆ। ਉਰਦ ਧਿਆਨ ਲਿਵ ਲਾਗਾ, ਪੁੱਠੇ ਲਟਕੇ ਹੋਏ ਦਾ ਧਿਆਨ ਜੁੜਿਆ ਹੋਇਆ ਸੀ। ਇਸ ਬੰਦੀ ਦਾ ਪਰਮੇਸ਼ਰ ਦੇ ਨਾਲ, ਵਾਹਿਗੁਰੂ ਜੀ ਦੇ ਨਾਲ, ਅਕਾਲ ਪੁਰਖ ਜੀ ਦੇ ਨਾਲ ਉੱਥੇ ਵੀ ਰੱਖਿਆ ਕੀਤੀ ਹੈ ਅਕਾਲ ਪੁਰਖ ਜੀ ਨੇ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਉਹ ਸਿਮਰਨ ਸਾਨੂੰ ਭੁੱਲ ਗਿਆ ਹੈ ਜਦੋਂ ਦਾ ਅਸੀਂ ਦੁਨੀਆ ਤੇ ਜਨਮ ਲਿਆ ਹੈ, ਬਰਥ ਲਿਆ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਇੱਕ ਸਾਹ ਨਾਲ ਜਪਦਾ ਸੀ ਇਹ ਬੰਦਾ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇੱਕ ਓੰਕਾਰ ਜੀ ਨੂੰ ਉਰਦ ਮੁਖ ਸੀ, ਸਿਰ ਥੱਲੇ ਪੈਰ ਉੱਪਰ। ਪੜ੍ਹਿਆ ਕਰੋ ਗੁਰਬਾਣੀ ਦੇ ਵਿੱਚੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਪਤਾ ਲੱਗ ਜਾਂਦਾ ਹੈ ਸਾਡੀ ਕੀ ਹਾਲਤ ਸੀ ਆਪਣੀ ਮਾਤਾ ਦੀ ਕੁੱਖ ਦੇ ਵਿੱਚ। ਕੁਝ ਸਮਾਂ 9-10 ਮਹੀਨੇ ਮਾਂ ਦੀ ਕੁੱਖ ਵਿੱਚ ਲੰਘ ਗਏ। ਜਨਮ ਹੋ ਗਿਆ, ਰੱਬ ਨੂੰ ਭੁੱਲ ਗਏ, ਲਾਗਤ ਪਵਨ, ਬਾਹਰ ਦੀ ਹਵਾ ਲੱਗ ਗਈ, ਖਸਮ ਬਿਸਰਾਇਆ। ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਜੀ ਨੂੰ ਖਸਮ ਹੀ ਆਖਿਆ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵਿਲਾਲੋ। ਖਸਮ ਵਿਸਾਰ ਮਾਟੀ ਸੰਗ ਰੂਲੇ, ਜਿਨ੍ਹਾਂ ਨੇ ਖਸਮ ਨੂੰ ਵਿਸਾਰ ਦਿੱਤਾ ਹੈ ਮਿੱਟੀ ਵਿੱਚ ਰੁਲ ਗਏ, ਮਿੱਟੀ ਵਿੱਚ ਰੁਲ ਗਏ। ਕੁਝ ਸਮਾਂ ਬਚਪਨ ਵਿੱਚ ਲੰਘ ਗਿਆ, ਪੜ੍ਹਦਿਆਂ ਲਿਖਦਿਆਂ। ਕੁਝ ਸਮਾਂ ਵਿਆਹ ਸ਼ਾਦੀਆਂ ਹੋ ਗਈਆਂ, ਬਾਲ ਬੱਚੇ ਹੋ ਗਏ, ਕਿਰਤ ਕਮਾਈਆਂ ਕਰਦਿਆਂ
ਹਰ ਪਹਿਲੜੀ ਲਾਭ ਪਰਵਿਰਤੀ, ਕਰਮ ਦ੍ਰਿੜਾਇਆ ਬਲ ਰਾਮ ਜੀਓ। ਕਰਮ ਕਰਦਿਆਂ ਆ ਕਰ ਲਵਾਂ, ਉਹ ਕਰ ਲਵਾਂ, ਆ ਜੋੜ ਲਵਾਂ, ਉਹ ਜੋੜ ਲਵਾਂ, ਫਿਰ ਬੁੱਢਾ ਹੋ ਜਾਵਾਂਗਾ, ਫਿਰ ਕਿੱਥੇ ਮੇਰੇ ਕੋਲੋਂ ਸਭ ਕੁਝ ਕੀਤਾ ਜਾਣਾ ਹੈ। ਆਪਣੇ ਕਰਮ ਵੱਲ ਲੱਗਾ ਰਿਹਾ, ਪਰ ਕਰਮਾਂ ਨੂੰ ਵਿਚਾਰਿਆ ਨਹੀਂ। ਕਿ ਮੇਰੇ ਕਰਮ ਚੰਗੇ ਹਨ ਕਿ ਮਾੜੇ ਹਨ। ਗੁਰਬਾਣੀ ਨੂੰ ਪੜ੍ਹਿਆ ਨਹੀਂ, ਨਾ ਸਮਝ ਪਈ ਕਿ ਨਿਬੜਨੀ ਤੇ ਕਰਮਾਂ ਦੇ ਉੱਪਰ ਹੈ। ਕਰਮਾਂ ਉੱਪਰ ਨਿਬੜੈ ਕਰਮੀ ਆਪੋ ਆਪਣੀ। ਉਹ ਸਮਾਂ ਵੀ ਲੰਘ ਗਿਆ। ਹਰ ਪਹਿਲੜੀ ਲਾਭ ਵਾਲਾ, ਕਰਮ ਦ੍ਰਿੜਾਇਆ ਬਲ ਰਾਮ ਜੀਓ। ਦੂਜਾ ਸਮਾਂ ਵੀ ਲੰਘ ਗਿਆ, ਦੂਜੀ ਲਾਮ ਵਾਲਾ। ਸਤਿਗੁਰੂ ਜੀ ਦੇ ਨਾਲ ਜੁੜਨਾ ਸੀ ਪਰ ਨਹੀਂ ਜੁੜਿਆ ਗਿਆ। ਸਤਿਗੁਰੂ ਜੀ ਨੂੰ ਵਿਸਾਰ ਦਿੱਤਾ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵਿਸਾਰ ਦਿੱਤਾ। ਗੁਰੂ ਘਰ ਨੂੰ ਭੁੱਲ ਗਿਆ। ਤੀਜੜੀ ਲਾਮ ਵਾਲਾ ਸਮਾਂ ਵੀ, ਜਿਹਦੇ ਵਿੱਚ 50 to 75 ਅਬਾਊਟ ਏਜ ਹੁੰਦੀ ਹੈ, ਉਮਰ ਹੁੰਦੀ ਹੈ, ਉਦੋਂ ਵੈਰਾਗ ਆਉਣਾ ਚਾਹੀਦਾ ਸੀ ਮਨ ਵਿੱਚ। ਹਰ ਤੀਜੜੀ ਲਾਭ ਮਨ ਚਾਉ ਪਿਆ, ਬੈਰਾਗੀ ਆ ਬਲਰਾਮ ਜੀਓ। ਉਦੋਂ ਵੀ ਇਹ ਅੱਖਾਂ ਹੋਰ ਹੀ ਕੁਝ ਤੱਕਦੀਆਂ ਰਹੀਆਂ, ਇਹ ਕੰਨ ਹੋਰ ਹੀ ਸਾਰਾ ਦਿਨ ਕੁਝ ਸੁਣਦੇ ਰਹੇ, ਪਰ ਨਾਮ ਨੂੰ ਨਹੀਂ ਸੁਣਿਆ, ਨਹੀਂ ਜਪਿਆ ਇਸ ਰਸਨਾ ਨੇ। ਅੱਖਾਂ ਨੇ ਨਹੀਂ ਦਰਸ਼ਨ ਕੀਤੇ ਆਪਣੇ ਗੁਰੂ ਦੇ, ਸ਼ਬਦ ਨਹੀਂ ਪੜ੍ਹੇ ਸੁਣੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ। ਅੱਖਾਂ ਦੀ ਜੋਤੀ ਵੀ ਘਟ ਗਈ, ਪਰ ਨਹੀਂ ਦੀਦਾਰ ਕੀਤੇ। ਜੇ ਕੀਤੇ ਹਨ ਤਾਂ ਭਾਗਾਂ ਵਾਲਾ ਹੈ। ਆਪਣੇ ਮੂਲ ਨਾਲ, ਅਕਾਲ ਪੁਰਖ ਜੀ ਨਾਲ ਇਹ ਮਨ ਨਹੀਂ ਜੁੜਿਆ। ਸੂਰਤ ਬਦਲ ਗਈ। ਜਦੋਂ ਸੋਹਣੀ ਸੂਰਤ ਸੀ, ਉਦੋਂ ਵੀ ਸਤਿਗੁਰਾਂ ਨੇ ਹੁਕਮ ਕੀਤਾ ਹੈ, ਨਾ ਮਾਣ ਕਰਿਆ ਕਰ ਸੋਹਣੇਪਨ ਦਾ। ਇਹ ਮਿੱਟੀ ਦਾ ਭਾਂਡਾ ਹੈ, ਇਹ ਮਿੱਟੀ ਦਾ ਪਪਿੱਟ ਹੈ। ਮਿੱਟੀ ਤੇ ਰੰਗ ਰੋਗਨ ਕੀਤਾ ਹੋਇਆ ਹੈ। ਸੂਰਤ ਦੇਖ ਨਾ ਭੂਲ ਗਵਾਰਾ। ਐ ਮੂਰਖਾ, ਐ ਗਵਾਰਾ, ਐ ਭੁੱਲੇ ਹੋਏ ਮਨ, ਸੂਰਤਾਂ ਨਾ ਤੱਕਿਆ ਕਰ। ਇਹ ਸੂਰਤਾਂ ਸਦਾ ਇਸ ਤਰ੍ਹਾਂ ਦੀਆਂ ਨਹੀਂ ਰਹਿੰਦੀਆਂ। ਸੂਰਤ ਦੇਖ ਨਾ ਭੂਲ ਗਵਾਰਾ, ਮਿਥਨ ਮੁਹਾਰਾ, ਝੂਠ ਪਸਾਰਾ। ਇਹ ਜਿੰਨਾ ਪਸਾਰਾ ਹੈ, ਇਹ ਝੂਠ ਹੈ। ਜਿਵੇਂ ਸੁਪਨੇ ਦਾ ਦੇਖਿਆ ਹੋਇਆ ਸਭ ਕੁਝ ਝੂਠ ਹੁੰਦਾ ਹੈ, ਤਿਵੇਂ ਇਹ ਦੁਨੀਆ ਵੀ ਇੱਕ ਸੁਪਨਾ ਹੈ। ਇੱਥੇ ਵੀ ਜੋ ਤੱਕਿਆ ਹੈ, ਦੇਖਿਆ ਹੈ, ਦਿਸ ਰਿਹਾ ਹੈ, ਜਿਸ ਦਿਨ ਜਮ ਦੀਆ ਦਮਾਮਾ ਆਏ, ਆ ਕੇ ਢੋਲ ਖੜਕਾ ਦਿੱਤੇ, ਚੱਲ ਭਾਈ ਚਲੀਏ, ਉਸ ਦਿਨ ਜਾਗ ਆ ਜਾਵੇਗੀ। ਜਦੋਂ ਜਾਗ ਆਈ
ਤੇ ਆ ਜਿਹੜਾ 50 60 100 ਸਾਲ ਦੇ ਵਿੱਚ ਜੋ ਕੁਝ ਸੁਪਨਾ ਐਡਾ ਵੱਡਾ ਦੇਖਿਆ ਹੈ, ਕੋਈ ਵੀ ਚੀਜ਼ ਉਸ ਵੇਲੇ ਨਜ਼ਰ ਨਹੀਂ ਆਵੇਗੀ। ਸਤਿਗੁਰੂ ਜੀ ਹੁਕਮ ਕਰਦੇ ਹਨ, ਆਪਣੇ ਮੂਲ ਨਾਲ ਜੁੜੋ। ਮਨ ਤੂੰ ਜੋਤ ਸਰੂਪ ਹੈ, ਤੇਰਾ ਜਿਹੜਾ ਸਰੂਪ ਹੈ ਐ ਮੇਰੇ ਮਨਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਵਰਗਾ ਹੀ ਤੈਨੂੰ ਬਣਾਇਆ ਹੈ। ਜਦੋਂ ਤੂੰ ਝੂਠ ਵੱਲ ਹੋ ਜਾਂਦਾ ਹੈ, ਕਿਉਂਕਿ ਵਾਹਿਗੁਰੂ ਜੀ ਸੱਚੇ ਹਨ, ਉਦੋਂ ਤੇਰਾ ਤੇ ਵਾਹਿਗੁਰੂ ਜੀ ਦਾ ਵਖਰੇਵਾਂ ਪੈ ਜਾਂਦਾ ਹੈ, ਵੱਖਰਾਪਨ ਹੋ ਜਾਂਦਾ ਹੈ, ਤੇਰਾ ਰਾਹ ਝੂਠ ਵਾਲਾ ਹੈ। ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਰਾਹ ਸੱਚ ਵਾਲਾ ਹੈ, ਤਾਈਓ ਤੇ ਗੁਰਬਾਣੀ ਸੱਚ ਵੱਲ ਤੋਰਦੀ ਹੈ। ਗੁਰਬਾਣੀ ਸੱਚੀ ਹੈ, ਫਰਮਾਉਂਦੀ ਹੈ ਬੋਲੋ ਸੱਚ ਨਾਮ ਕਰਤਾਰ। ਇਹ ਦੁਨੀਆ ਝੂਠੀ ਹੈ, ਇਹਦਾ ਗੁਮਾਨ ਅਹੰਕਾਰ ਵੀ ਝੂਠਾ ਹੈ। ਝੂਠ 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 ਝੂਠ, ਦੁਨੀ ਗੁਮਾਨ। ਕਾਹਦਾ ਗੁਮਾਨ ਹੈ ਦੁਨੀਆ ਦਾ? ਅੱਖਾਂ ਬੰਦ ਹੋਣ ਦੀ ਦੇਰ ਹੈ, ਕੁਝ ਵੀ ਨਜ਼ਰ ਨਹੀਂ ਆਉਂਦਾ। ਅੱਖਾਂ ਵਿੱਚ ਲੱਜਾ ਰੱਖਣ ਦੀ ਲੋੜ ਹੈ। ਜਿਵੇਂ ਘਰ ਦੇ ਵਿੱਚ ਰਿਸ਼ਤੇ ਹੁੰਦੇ ਹਨ, ਕਈਆਂ ਰਿਸ਼ਤਿਆਂ ਵਿੱਚ ਜੇਠ ਹੁੰਦਾ ਹੈ। ਹੁਣ ਦੇ ਸਮੇਂ ਦਾ ਤੇ ਪਤਾ ਨਹੀਂ, ਪਹਿਲਿਆਂ ਸਮਿਆਂ ਵਿੱਚ ਜੇਠ ਤੋਂ ਵੀ ਪੱਲਾ ਲੈ ਲਿਆ ਕਰਦੇ ਸਨ, ਵੱਡਾ ਹੈ, ਸਾਰੇ ਨਿਭਦੇ ਸਨ। ਸੰਨ 2020 ਹੈ, ਅੱਜ ਵੀਰਵਾਰ ਹੈ, 14 ਮਈ ਹੈ, ਅੱਜ ਸੰਗਰਾਂਦ ਦਾ ਦਿਨ ਵੀ ਹੈ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ। ਅੱਜ ਜੇਠ ਦੀ ਸੰਗਰਾਂਦ ਹੈ। 12 ਮਹੀਨੇ ਹਨ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪੜ੍ਹਿਆ ਕਰੋ। ਜਿਵੇਂ ਜਨਵਰੀ ਤੋਂ ਦਸੰਬਰ ਤੱਕ 12 ਮਹੀਨੇ ਹਨ, ਤਿਵੇਂ ਚੇਤ ਤੋਂ ਲੈ ਕੇ ਫਲਗੁਣ ਤੱਕ, ਜਿਹਨੂੰ ਫੱਗਣ ਕਹੀਦਾ ਹੈ, ਉਦੋਂ ਤੱਕ 12 ਮਹੀਨੇ ਹਨ। ਸਤਿਗੁਰਾਂ ਦੀ ਪਾਵਨ ਗੁਰਬਾਣੀ 133 ਅੰਗ, 34 ਅੰਗ, ਇਹ ਪੜ੍ਹਿਆ ਕਰੋ। ਸਾਰੇ 12 ਮਹੀਨੇ ਉਹਨਾਂ ਦੇ ਦਰਸ਼ਨ ਤੁਸੀਂ ਕਰ ਲਵੋਗੇ। ਅੱਜ ਵੀਰਵਾਰ ਹੈ, ਸੰਨ 2020 ਹੈ, 14 ਮਈ ਹੈ, 1 ਜੇਠ ਅੱਜ ਸੰਗਰਾਂਦ ਦਾ ਦਿਨ ਹੈ। ਇਹ 12 ਸੰਗਰਾਂਦਾਂ ਆ ਜਾਂਦੀਆਂ ਹਨ, 12 ਮਹੀਨੇ ਆ ਜਾਂਦੇ ਹਨ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਹਨਾਂ 12 ਮਹੀਨਿਆਂ ਦੇ ਵਿੱਚ ਉਪਦੇਸ਼ ਹੀ ਉਪਦੇਸ਼ ਭਰਿਆ ਪਿਆ ਹੈ। ਜਿਵੇਂ ਜੇਠ ਦੇ ਮਹੀਨੇ ਦਾ ਉਪਦੇਸ਼ ਹੈ ਕਿ ਲੋਕ ਪੱਲਾ ਲੈਂਦੇ ਹਨ। ਹੁਣ ਦਾ ਸਮਾਂ ਪਤਾ ਨਹੀਂ ਕੈਸਾ ਚੱਲ ਰਿਹਾ ਹੈ, ਲੇਕਿਨ ਪਹਿਲੇ ਸਮੇਂ ਵਿੱਚ ਲੋਕ ਸੰਕੋਚ ਕਰਿਆ ਕਰਦੇ ਸਨ, ਪੱਲਾ ਲਿਆ ਜਾਂਦਾ ਸੀ, ਧੀਆਂ ਭੈਣਾਂ ਪੱਲਾ ਲੈਂਦੀਆਂ ਸਨ, ਇਹ ਸਾਡਾ ਜੇਠ ਹੈ। ਤੇ ਸਤਿਗੁਰੂ ਜੀ ਜੇਠ ਫਰਮਾਉਂਦੇ ਹਨ ਅਕਾਲ ਪੁਰਖ ਜੀ ਨੂੰ, ਉਹ ਕਰਮ ਕਰੋ
ਉਹ ਜੋ ਜੇਠ ਵਾਹਿਗੁਰੂ ਜੀ ਹਨ, ਉਹਨਾਂ ਕੋਲੋਂ ਲਾਜ ਕਰੋ, ਕੋਈ ਐਸਾ ਕਰਮ ਬੁਰਾ ਨਾ ਹੋ ਜਾਵੇ ਜਿਹਦੇ ਨਾਲ ਇਸ ਮਨ ਨੂੰ ਬੁਰਿਆਈ ਪ੍ਰਾਪਤ ਹੋਵੇ। ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਾਨਾ। ਹਰ ਕੋਈ ਉਹਨਾਂ ਕੋਲੋਂ ਵਾਹਿਗੁਰੂ ਜੀ ਕੋਲੋਂ ਮੰਗਦਾ ਹੈ ਔਰ ਵਾਹਿਗੁਰੂ ਜੀ ਕੋਲੋਂ ਪੱਲਾ ਵੀ ਲੈ ਕੇ ਰੱਖਦਾ ਹੈ, ਮੇਰੇ ਕੋਲੋਂ ਕੋਈ ਬੁਰਿਆਈ ਨਾ ਹੋ ਜਾਵੇ, ਬਰਾਬਰੀ ਨਹੀਂ ਕਰਦੇ। ਸੋ ਮੂਲ ਹਨ ਅਕਾਲ ਪੁਰਖ ਵਾਹਿਗੁਰੂ ਜੀ। ਇਹ ਬਚਨ ਤਾਂ ਕਰ ਦਿੱਤਾ ਹੈ, ਅੱਜ ਸਗਰਾਂਦ ਹੈ ਜੇਠ ਦੀ। ਦਰਬਾਰ ਸਾਹਿਬ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮਹੀਨਾ ਆਪ ਦਰਸ਼ਨ ਕਰਦੇ ਹੋ। ਜਦੋਂ ਵਾਕ ਲਿਖਿਆ ਹੁੰਦਾ ਹੈ, ਉੱਥੇ ਵੀ ਇਸ ਮਹੀਨੇ ਦਾ ਅੱਜ ਨਾਮ ਲਿਖਿਆ ਜਾਂਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇਰਾ ਮੂਲ ਹੈ ਅਕਾਲ ਪੁਰਖ ਵਾਹਿਗੁਰੂ ਜੀ, ਪਰਮੇਸ਼ਰ ਜੀ, ਕਰਤਾ ਪੁਰਖ ਜੀ, ਨਿਰਭਉ ਨਿਰਵੈਰ ਨਿਰੰਕਾਰ ਜੀ। ਜਦੋਂ ਦਾ ਮਾਂ ਨੇ ਜਨਮ ਦਿੱਤਾ ਹੈ, ਲਾਗਤ ਪਵਨ ਖਸਮ ਬਿਸਰਾਇਆ। ਐ ਮਨਾ ਤੂੰ ਆਪਣੇ ਮੂਲ ਨਾਲੋਂ, ਡਾਲੀ ਨਾਲੋਂ, ਜਿਵੇਂ ਡਾਲੀ ਨਾਲੋਂ ਫਲ ਟੁੱਟ ਜਾਂਦੇ ਹਨ, ਅੰਬ ਟੁੱਟ ਜਾਂਦੇ ਹਨ, ਵੇਲਾਂ ਨਾਲੋਂ ਕਈ ਕੁਝ ਟੁੱਟ ਜਾਂਦਾ ਹੈ, ਸਬਜ਼ੀਆਂ ਟੁੱਟ ਜਾਂਦੀਆਂ ਹਨ, ਅਦਵਾਣੇ ਟੁੱਟ ਜਾਂਦੇ ਹਨ। ਸਭ ਕੁਝ ਮੁੱਕ ਮੁਕਾ ਜਾਂਦਾ ਹੈ। ਵੇਲ ਨਾਲੋਂ, ਡਾਲੀ ਨਾਲੋਂ, ਟਾਹਣੀਆਂ ਨਾਲੋਂ ਜਦੋਂ ਫਲ ਟੁੱਟ ਜਾਂਦੇ ਹਨ, ਮੁੜ ਕੇ ਨਾਲ ਨਹੀਂ ਲੱਗਦੇ। ਇਹ ਬੰਦਾ ਵੀ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਰੂਪੀ ਡਾਲੀ ਨਾਲੋਂ, ਮਾਲਕ ਨਾਲੋਂ ਟੁੱਟ ਜਾਂਦਾ ਹੈ, ਦੂਰ ਹੋ ਜਾਂਦਾ ਹੈ, ਇਹ ਵੀ ਮੁੜ ਕੇ ਨਾਲ ਨਹੀਂ ਜੁੜਦਾ। ਇੱਕ ਸਤਿਗੁਰੂ ਹਨ, ਉਹ ਸਮਝਾਉਂਦੇ ਹਨ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਤੂੰ ਆਪਣੇ ਮੂਲ ਨਾਲ ਜੁੜਿਆ ਕਰ, ਮੂਲ ਮੰਤਰ ਜਪਿਆ ਕਰ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਉਹ ਇੱਕੋ ਹਨ, ਹੋਰ ਕੋਈ ਨਹੀਂ। ਇਹ ਸੰਸਾਰ ਉਹਨਾਂ ਦਾ ਰਚਿਆ ਹੋਇਆ ਹੈ, ਸਰਗੁਣ ਸਰੂਪ ਹੈ। ਉਹ ਆਪ ਨਿਰਗੁਣ ਹਨ, ਇੱਕ। ਓੰਕਾਰ ਵਿੱਚ ਸਾਰਾ ਸੰਸਾਰ ਹੈ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ। ਤੁਸੀਂ ਆਪ ਪੜ੍ਹਿਓ। ਓੰਕਾਰ ਵਿੱਚ ਸਰਗੁਣ ਸਰੂਪ ਵਿੱਚ ਸਾਰਾ ਸੰਸਾਰ ਹੈ, ਸਾਰੀ ਰਚਨਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ। ਆਪ ਪੜ੍ਹਿਆ ਕਰੋ ਸ਼ਬਦ, ਇੱਥੋਂ ਲੈ ਲੈਣਾ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਨ ਚਿਤ, ਓੰਕਾਰ ਸੈਲ ਜੁਗ ਭਏ। ਆਪ ਪੜ੍ਹਿਆ ਕਰੋ, ਗਿਆਨ ਹੋ ਜਾਵੇਗਾ। ਉਹ ਇੱਕੋ ਹਨ। ਇੱਕ ਪਾਸਾ ਸਰਗੁਣ ਦਾ ਹੈ, ਇੱਕ ਪਾਸਾ ਉਹਨਾਂ ਦਾ ਬਣਾਇਆ ਹੋਇਆ ਸਰਗੁਣ ਦਾ ਹੈ, ਤੇ ਇੱਕ ਆਪ ਨਿਰਗੁਣ ਹਨ, ਇੱਕ। ਅੱਗੋਂ ਦੂਜਾ ਪਾਸਾ ਜਿਹੜਾ ਸਿਰਜਿਆ ਹੋਇਆ ਹੈ, ਓੰਕਾਰ। ਜਿੰਨੇ ਵੀ ਜੀਵ ਜੰਤ ਹਨ, ਸਾਧੂ ਰਚਨਾ ਰਾਮ ਬਣਾਈ।
ਇਹ ਸਭ ਸਰਗੁਣ ਸਰੂਪ ਹਨ। ਇਸ ਰਚਨਾ ਵਿੱਚ ਵੀ ਉਹ ਆਪ ਹਨ। ਸਰਗੁਣ, ਨਿਰਗੁਣ, ਨਿਰੰਕਾਰ, ਸੁਨ, ਸਮਾਧੀ, ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸਤਿਗੁਰੂ ਜੀ ਹੁਕਮ ਕਰਦੇ ਹਨ, ਇਹਨੂੰ ਸਮਝੋ। ਉਹ ਜੇ ਇੱਕੋ ਹਨ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਉਸ ਇੱਕ ਨਾਲ ਜੁੜਨਾ ਹੈ। ਜੁੜਾਂਗੇ ਤਾਂ ਜੇ ਧੰਨ ਗੁਰੂ ਨਾਨਕ ਸਾਹਿਬ ਜੀ ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰਾਂ ਦੇ ਹੁਕਮ ਮੰਨਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਬਚਨ ਹਨ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਤਾਂ ਸਮਝ ਪਵੇਗੀ। ਨਹੀਂ ਤਾਂ ਮਨ ਥਿੜਕਦਾ ਰਹਿੰਦਾ ਹੈ। ਜਦੋਂ ਵੀ ਵਾਹਿਗੁਰੂ ਵੱਲੋਂ ਲੱਗੋ, ਜਿਵੇਂ ਬੰਦਾ ਥਿੜਕ ਕੇ ਡਿੱਗ ਪੈਂਦਾ ਹੈ, ਇਹ ਮਨ ਥਿੜਕ ਪੈਂਦਾ ਹੈ ਜਦੋਂ ਵੀ ਅਧਿਆਤਮਿਕ ਤੌਰ ਤੇ ਨਾਮ ਜਪਣ ਲੱਗੇ, ਸਿਮਰਨ ਕਰਨ ਲੱਗੇ, ਵਾਹਿਗੁਰੂ ਜੀ ਵੱਲ ਲੱਗੇ। ਕੋਸ਼ਿਸ਼ ਕਰੇ, ਜਦੋਂ ਐਫਰਟ ਕਰਦਾ ਹੈ, ਕੋਸ਼ਿਸ਼ ਕਰਦਾ ਹੈ, ਇਹ ਮਨ ਥਿੜਕ ਜਾਂਦਾ ਹੈ। ਉਸ ਵੇਲੇ ਅਰਦਾਸ ਕਰਨੀ ਪੈਂਦੀ ਹੈ, ਸਤਿਗੁਰੂ ਜੀ ਮੈਨੂੰ ਥਿੜਕਣ ਨਾ ਦਿਓ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ। ਇਹ ਦੁਨੀਆ ਪੇਕਾ ਘਰ ਹੈ, ਪਈੜੇ ਦਿਨ ਚਾਰ ਹੈ, ਸਾਹੁਰੜੈ ਜਾਣਾ। ਇਹ ਦੁਨੀਆ ਪੇਕਾ ਹੈ, ਕਿਉਂਕਿ ਜਨਮ ਇੱਥੇ ਹੁੰਦਾ ਹੈ ਨਾ। ਮਾਂ ਜਨਮ ਦਿੰਦੀ ਹੈ, ਜਿਵੇਂ ਧੀਆਂ ਨੂੰ ਮਾਂ ਜਨਮ ਦਿੰਦੀ ਹੈ, ਧੀਆਂ ਦੇ ਪੇਕੇ ਮਾਵਾਂ ਦੇ ਨਾਲ ਹਨ। ਮਾਂ ਦਾ ਘਰ ਧੀਆਂ ਦਾ ਪੇਕਾ ਹੈ। ਤਿਵੇਂ ਇਹ ਦੁਨੀਆ ਦੇ ਵਿੱਚ ਜਿੰਨੇ ਵੀ ਜਨਮ ਲੈਂਦੇ ਹਨ, ਇਹਨਾਂ ਦਾ ਪੇਕਾ ਇਹ ਦੁਨੀਆ ਹੈ। ਪਈੜੇ ਦਿਨ ਚਾਰ ਹੈ, ਆਹ 100 ਸਾਲ ਹੈ, 25 ਸਾਲ ਦਾ ਇੱਕ ਦਿਨ ਲੱਭੋ। ਸਾਹੁਰੜੈ ਜਾਣਾ, ਤੇ ਸਹੁਰੇ ਜਾਣ ਲੱਗਿਆਂ ਗੁਣ ਚਾਹੀਦੇ ਨੇ। ਜੇ ਅਵਗੁਣਾਂ ਦੀ ਭਰੀ ਹੋਈ ਇਹ ਜਿੰਦੜੀ ਹੈ, ਤੇ ਮਾਲਕ ਦੇ ਘਰ ਕੀ ਮੂੰਹ ਦਿਖਾਵੇਗੀ। ਇਸ ਦੁਨੀਆ ਨੂੰ ਪੇਕਾ ਘਰ ਜਾਣਨਾ, ਪੇਕਾ ਘਰ ਜਾਣ ਕੇ ਗੁਣ ਗ੍ਰਹਿਣ ਕਰਨੇ, ਗੁਣਾਂ ਵਾਲੀ ਜ਼ਿੰਦਗੀ ਬਤੀਤ ਕਰਨੀ, ਤਾਂ ਕਿ ਅੱਗੇ ਜਾ ਕੇ ਵਾਹਿਗੁਰੂ ਦੇ ਦਰ ਤੇ ਸੁੱਖ ਪ੍ਰਾਪਤ ਹੋਵੇ। ਵੱਡੇ ਵੱਡੇ ਰਾਜੇ ਮਹਾਰਾਜੇ, ਬੜੇ ਬੜੇ ਰਾਜ ਕਰਨ ਵਾਲੇ, ਜਦੋਂ ਸਰੀਰ ਮੁੱਕ ਜਾਂਦੇ ਹਨ, ਰਾਜ ਵੀ ਨਾਲ ਹੀ ਮੁੱਕ ਜਾਂਦੇ ਹਨ। ਫਿਰ ਪਛਤਾਵਾ ਕਰਦੇ ਹਨ ਕਿ ਐਵੇਂ ਜ਼ਿੰਦਗੀ ਬਤੀਤ ਕਰ ਲਈ, ਨਾਮ ਨਾ ਜਪਿਆ, ਰਾਜ ਵੀ ਭੋਗ ਲਏ, ਪਰ ਸਿਮਰਨ ਨਾ ਕੀਤਾ। ਫਿਰ ਪਛਤਾਵਾ ਨਾ ਮਿਲੇ, ਜਬ ਚੁੱਕੇਗੀ ਸਾਰੀ, ਤਾਂ ਫਿਰ ਪਿਆਰਾ ਰਾਵੀਏ, ਜਬ ਆਵੇਗੀ ਵਾਰੀ। ਫਿਰ ਕਿਤੇ ਮਨੁੱਖਾ ਜਨਮ ਮਿਲੇਗਾ, ਵਾਰੀ ਆਵੇਗੀ, ਤੇ ਭਾਵੇਂ ਜਪਿਆ ਜਾਵੇ, ਨਹੀਂ ਤਾਂ ਇਹ ਸਮਾਂ ਐਵੇਂ ਗਵਾਚ ਜਾਂਦਾ ਹੈ। ਜਾਗ ਲੱਗਣੀ ਚਾਹੀਦੀ ਹੈ। ਜਿਵੇਂ ਦਹੀਂ ਨੂੰ, ਥੋੜੇ ਜਿਹੇ ਦਹੀਂ ਨੂੰ ਦੁੱਧ ਵਿੱਚ ਪਾ ਦਿਓ, ਕਿੰਨਾ ਸਾਰਾ ਦਹੀਂ ਜੰਮ ਜਾਂਦਾ ਹੈ, ਗਾਚਾ ਜੰਮ ਜਾਂਦਾ ਹੈ ਕੁੰਡੇ ਵਿੱਚ, ਜਿੱਥੇ ਵੀ ਜਮਾਓ। ਤਿਵੇਂ ਵਾਹਿਗੁਰੂ ਜੀ ਦੇ ਨਾਲ ਇਸ ਮਨ ਨੂੰ ਜਮਾਉਣ ਵਾਸਤੇ, ਜੋੜਨ ਵਾਸਤੇ ਵਾਹਿਗੁਰੂ ਦੇ ਪਿਆਰ ਦੀ ਇੱਛਾ ਪ੍ਰਗਟ ਕਰਨੀ ਪੈਂਦੀ ਹੈ, ਜਾਗ ਲਾਉਣੀ ਪੈਂਦੀ ਹੈ। ਜੇ ਜਾਗ ਲੱਗ ਜਾਵੇ, ਪਿਆਰ ਪੈਦਾ ਹੋ ਜਾਵੇ, ਇੱਛਾ ਪੈਦਾ ਹੋ ਜਾਵੇ, ਧੰਨ ਗੁਰੂ ਨਾਨਕ ਸਾਹਿਬ ਜੀ ਵਾਸਤੇ, ਕਲਗੀਆਂ ਵਾਲੇ, ਬਾਜਾਂ ਵਾਲੇ ਸਤਿਗੁਰਾਂ ਵਾਸਤੇ, ਤਾਂ ਆਨੰਦ ਬਣ ਜਾਂਦਾ ਹੈ, ਆਪਣੇ ਮੂਲ ਨਾਲ ਜੁੜਨ ਲੱਗ ਪੈਂਦਾ ਹੈ। ਜਦੋਂ ਪੂਰੇ ਗੁਰੂ ਮਿਲ ਜਾਣ, ਨਾਨਕ ਗੁਰੂ, ਗੁਰੂ ਹੈ ਪੂਰਾ, ਇੱਛ ਪੁੰਨੀ ਪੂਰੇ ਗੁਰ ਮਿਲੇ। ਇੱਛਾ ਪੂਰੀ ਹੋ ਜਾਂਦੀ ਹੈ, ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ। ਸਾਧ ਸੰਗਤ ਨਾਮ ਜਪਿਆ ਕਰੋ। ਨਾਮ ਜਪਣ ਦੇ ਨਾਲ ਨਾਲ ਕਰਮ ਜ਼ਰੂਰ ਚੰਗੇ ਚਾਹੀਦੇ ਹਨ, ਤੇ ਆਪਣੀ ਡਾਲੀ ਜਿਹੜੀ ਹੈ ਵਾਹਿਗੁਰੂ, ਉਹਨਾਂ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ। ਕਿਉਂਕਿ
ਸਾਡਾ ਮੂਲ ਜੋ ਹੈ ਉਹ ਹੈ ਸਤਨਾਮ ਸ੍ਰੀ ਵਾਹਿਗੁਰੂ। ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੀਡਸ ਤੋਂ ਸੇਵਾ ਕਰਦੇ ਹਾਂ। ਕਈ ਭੁੱਲਾਂ ਹੋ ਜਾਂਦੀਆਂ ਹਨ, ਦਾਸ ਪਾਸੋਂ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਆਪਣੇ ਮਨ ਨੂੰ ਕਿਹਾ ਕਰੋ ਜਪ ਮਨ, ਸਤਨਾਮ ਸਦਾ ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।